ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਭੰਨਾ। ਆਨੰਦ ਕਰ ਹੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਜੁਗੋ ਜੁਗ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਆਪਾਂ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਸਭ ਤੋਂ ਪਹਿਲੋਂ ਪਰਮੇਸ਼ਰ ਅਕਾਲ ਪੁਰਖ ਨੇ ਇੱਕ ਆਵਾਜ਼ ਦਿੱਤੀ, ਇੱਕ ਸ਼ਬਦ ਦਿੱਤਾ। ਉਹ ਸ਼ਬਦ ਹੈ ਕੀਤਾ ਪਸਾਓ ਏਕੋ ਕੁਆਓ ਤਿਸਤੇ ਹੋਏ ਲਖ ਦਰਿਆਓ। ਕੁਆਓ ਕਹਿੰਦੇ ਨੇ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ, ਮਾਝੇ ਦੇ ਇਲਾਕੇ ਦੇ ਵਿੱਚ ਬੋਲਣ ਨੂੰ। ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਆਵਾਜ਼, ਇੱਕ ਸ਼ਬਦ ਬੋਲਿਆ, ਕੀਤਾ ਪਸਾਓ ਏਕੋ ਕੁਆਓ ਤਿਸਤੇ ਹੋਏ ਲਖ ਦਰਿਆਓ। ਉਸ ਤੋਂ ਬਾਅਦ ਸ਼ਬਦ ਉਚਾਰਨ ਤੋਂ ਬਾਅਦ ਅਕਾਲ ਪੁਰਖ ਨੇ ਇਸ ਸੰਸਾਰ ਦੀ ਉਤਪਤੀ ਕੀਤੀ। ਉਤਪਤੀ ਕਰਨ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਵਿੱਚ ਪ੍ਰਗਟ ਹੋਏ। 1469 ਈਸਵੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਵਿੱਚ ਪ੍ਰਗਟ ਹੋਏ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ 4 ਉਦਾਸੀਆਂ ਕੀਤੀਆਂ, ਬੇਅੰਤ ਕੌਤਕ ਕੀਤੇ, ਸਾਰੇ ਸੰਸਾਰ ਦੀ ਯਾਤਰਾ ਕੀਤੀ ਤੇ ਯਾਤਰਾ ਕਰਦੇ ਕਰਦੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਿੱਧਾਂ ਕੋਲ ਪਹੁੰਚ ਗਏ। ਜਦੋਂ ਸਿੱਧਾਂ ਕੋਲ ਪਹੁੰਚੇ, ਉੱਥੇ ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਜਦੋਂ ਦਰਸ਼ਨ ਕੀਤੇ ਤੇ ਉਹਨਾਂ ਨੂੰ ਇੱਕ ਸਵਾਲ ਕੀਤਾ। ਇਹ ਸਵਾਲ ਜਵਾਬ ਗੁਰੂ ਨਾਨਕ ਦੀ ਬਾਣੀ ਦੇ ਵਿੱਚ ਉਹਨਾਂ ਨੇ ਇੱਕ ਸਵਾਲ ਕੀਤਾ, ਕਿਸ ਵਖਰ ਕੇ ਤੁਮ ਵਣਜਾਰੇ ਕਿਉਂ ਕਰ ਸਾਥ ਲੰਘਾਵੋ ਪਾਰੇ। ਕਹਿਣ ਲੱਗੇ, ਗੁਰੂ ਨਾਨਕ ਨੂੰ ਕਹਿਣ ਲੱਗੇ, ਬਾਲਿਆ ਵੀ ਸਾਡੀਆਂ ਇੰਨੀਆਂ ਉਮਰਾਂ ਹੋ ਗਈਆਂ, ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਤੂੰ ਤੀਜਾ ਕੁ ਦਿਨ ਘਰੋਂ ਬਾਹਰ ਆ ਜਾਂਦਾ ਹੈ ਕੱਪੜੇ ਪਹਿਨ ਕੇ ਤੇ ਥੋੜੇ ਦਿਨਾਂ ਬਾਅਦ ਆਪਣੇ ਘਰ ਚਲਾ ਜਾਂਦਾ। ਵੀ ਤੁਸੀਂ ਕਿਸ ਵਾਸਤੇ ਘੁੰਮ ਰਹੇ ਹੋ, ਕਿਉਂ ਇਸ ਸੰਸਾਰ ਦੇ ਵਿੱਚ ਸੰਸਾਰ ਦਾ ਰਟਨ ਕਰ ਰਹੇ ਹੋ। ਪੁੱਛਿਆ, ਕਿਸ ਵਖਰ ਕੇ ਤੁਮ ਵਣਜਾਰੇ ਕਿਉਂ ਕਰ ਸਾਥ ਲੰਘਾਵੋ ਪਾਰੇ। ਕੀ ਲੱਭਦੇ ਫਿਰਦੇ ਹੋ ਤੇ ਨਾਲ ਜਿਹੜੇ ਤੁਹਾਡੇ ਸਾਥੀ ਨੇ ਉਹਨਾਂ ਨੂੰ ਕਿਵੇਂ ਪਾਰ ਕਰੋਗੇ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਜਵਾਬ ਦਿੱਤਾ, ਸਾਚ ਵਖਰ ਕੇ ਹਮ ਵਣਜਾਰੇ ਨਾਨਕ ਗੁਰਮੁਖ ਉਤਰਸ ਪਾਰੇ। ਕਹਿਣ ਲੱਗੇ, ਮੈਂ ਤਾਂ ਸੱਚ ਨੂੰ ਲੱਭਣ ਵਾਸਤੇ ਤੁਰਿਆ, ਸੱਚ ਨੂੰ ਲੱਭਣ ਵਾਸਤੇ ਮੈਂ ਤੁਰਿਆ। ਜਿਹੜੇ ਗੁਰੂ ਵੱਲ ਮੁਖ ਕਰਨਗੇ, ਪਰਮੇਸ਼ਰ ਵੱਲ ਮੁਖ ਕਰਨਗੇ, ਉਹ ਪਾਰ ਹੋ ਜਾਣਗੇ ਸੰਸਾਰ ਦੇ ਵਿੱਚ। ਫਿਰ ਸਿੱਧਾਂ ਨੇ ਇੱਕ ਸਵਾਲ ਕੀਤਾ,
ਬੇਅੰਤ ਸਵਾਲ ਕੀਤੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਿੱਧਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਹਾ, ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਿਆ, ਕਹਿਣ ਲੱਗੇ ਤੇਰੀ ਆਰੰਭਤਾ ਕੀ ਹੈ, ਕਿਹੜਾ ਵੇਲਾ ਹੈ। ਫਿਰ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਕਹਿਣ ਲੱਗੇ ਪਵਨ ਆਰੰਭ ਸਤਿਗੁਰ ਮਤ ਵੇਲਾ। ਕਹਿਣ ਲੱਗੇ ਪਵਨ ਆਰੰਭ, ਪਵਨ ਕਹਿੰਦੇ ਨੇ ਸਵਾਸਾਂ ਨੂੰ, ਕਿਉਂਕਿ ਜਦੋਂ ਸਵਾਸ ਆਉਂਦੇ ਨੇ ਤਾਂ ਹੀ ਇਹ ਮਨੁੱਖ ਇਸ ਸੰਸਾਰ ਦੇ ਵਿੱਚ ਜਿਉਂਦਾ ਹੈ ਨਾ। ਪਵਨ ਆਰੰਭ ਸਤਿਗੁਰ ਮਤ ਵੇਲਾ, ਮਨੁੱਖਾ ਜਨਮ ਦਾ ਕਹਿਣ ਲੱਗੇ ਲਾਭ ਲੈਣ ਵਾਸਤੇ ਇਹੀ ਸਮਾਂ ਹੈ, ਮਨੁੱਖਾ ਜਿਹੜਾ ਜਨਮ ਹੈ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤਿਨ ਚੇਲਾ। ਜਦੋਂ ਸ਼ਬਦ ਨੂੰ ਗੁਰੂ ਕਿਹਾ, ਸਿੱਧਾ ਦੇ ਚੌਂਕੜੇ ਖੁੱਲ ਗਏ। ਸਿੱਧਾ ਨੇ ਕਿਹਾ, ਕਹਿਣ ਲੱਗੇ ਸ਼ਬਦ ਗੁਰੂ। ਸ਼ਬਦ ਗੁਰੂ ਜਦੋਂ ਉਹਨਾਂ ਨੇ ਸੁਣਿਆ, ਉਹਨਾਂ ਦੇ ਚੌਂਕੜੇ ਖੁੱਲ ਗਏ। ਤੇ ਉਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੋਰ ਬੇਅੰਤ ਸਵਾਲ ਕੀਤੇ। ਕਹਿਣ ਲੱਗੇ ਮੈਂ ਤੇ ਸੱਚ ਨੂੰ ਲੱਭਦਾ ਫਿਰਦਾ, ਮੈਂ ਤਾਂ ਸੱਚ ਦੀ ਆਵਾਜ਼ ਲੱਭਦਾ ਫਿਰਦਾ। ਅਸਲ ਵਿੱਚ ਭਗਤਾਂ ਦੀ ਬਾਣੀ ਵੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਕੱਠੀ ਕੀਤੀ ਤੇ ਆਪ ਸੰਸਾਰ ਵਿੱਚ ਵਿਚਰ ਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸ਼ਬਦ ਉਚਾਰੇ। ਪੋਥੀ, ਇੱਕ ਪੋਥੀ ਤਿਆਰ ਕੀਤੀ। ਹੁਣ ਪੋਥੀ ਪਰਮੇਸ਼ਰ ਕਾ ਥਾਨ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਪੋਥੀ ਤਿਆਰ ਕੀਤੀ, ਜਿਸ ਵਿੱਚ 958 ਸ਼ਬਦ ਦਰਜ ਨੇ ਤੇ 19 ਰਾਗਾਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ। 19 ਰਾਗਾਂ ਦੇ ਵਿੱਚ 958 ਸ਼ਬਦਾਂ ਦੀ ਇੱਕ ਪੋਥੀ ਤਿਆਰ ਕਰ ਲਈ। ਜਦੋਂ 1539 ਈਸਵੀ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋਤ ਵਿੱਚ ਜੋਤ ਮਿਲਾਉਣ ਲੱਗੇ, ਉਸ ਵੇਲੇ ਸਿੱਧਾਂ ਨੇ ਤੇ ਸੋਚਿਆ ਸੀ ਵੀ ਆਪਣੇ ਪੁੱਤਰਾਂ ਨੂੰ ਗੁਰਗੱਦੀ ਦੇਵੇਗਾ ਗੁਰੂ ਨਾਨਕ ਦੇਵ। ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਲਹਿਣਾ, ਜਿਹੜਾ ਸੇਵਾ ਦੇ ਵਿੱਚ ਲੱਗਿਆ ਹੋਇਆ ਸੀ, ਬਾਬਾ ਲਹਿਣਾ ਨੂੰ ਚੁਣਿਆ ਤੇ ਨਾਲ ਇੱਕ ਪੋਥੀ ਦਿੱਤੀ, ਜਿਹੜੀ ਆਪ ਉਚਾਰਨ ਕੀਤੀ ਸੀ। ਇੱਕ ਭਗਤਾਂ ਦੀ ਬਾਣੀ ਦੀ ਪੋਥੀ ਦਿੱਤੀ। 2 ਪੋਥੀਆਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਾਬਾ ਲਹਿਣਾ ਤੋਂ ਗੁਰੂ ਅੰਗਦ ਬਣਾ ਕੇ ਉਸ ਦੀ ਝੋਲੀਆਂ ਦੇ ਵਿੱਚ ਪਾਈ। ਫਿਰ ਉਸ ਤੋਂ ਬਾਅਦ ਵਾਰੀ ਆਈ ਤੀਜੇ ਪਾਤਸ਼ਾਹ ਦੀ। ਦੂਜੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ, 63 ਸ਼ਲੋਕ ਉਚਾਰਨ ਕੀਤੇ। 9 ਵਾਰਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ। 9 ਵਾਰਾਂ ਦੇ ਵਿੱਚ 63 ਸ਼ਲੋਕ ਉਚਾਰਨ ਕੀਤੇ। ਤੇ ਜਦੋਂ ਆਪ ਜੋਤ ਵਿੱਚ ਜੋਤ ਮਿਲਾਣ ਲੱਗੇ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹ 2 ਪੋਥੀਆਂ, ਇੱਕ ਗੁਰੂ ਨਾਨਕ ਦੀ, ਇੱਕ ਆਪਣੀ, ਇੱਕ ਭਗਤਾਂ ਦੀ ਬਾਣੀ ਦੀ ਪੋਥੀ, 3 ਪੋਥੀਆਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਿੱਤੀਆਂ। ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਮਨਾ ਰਹੇ ਹਾਂ। ਉਸ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ 885 ਸ਼ਬਦ ਉਚਾਰ ਕੇ ਇੱਕ ਪੋਥੀ ਤਿਆਰ ਕੀਤੀ। ਕਿਉਂਕਿ ਗੁਰੂ ਕਦੇ ਵੀ 2 ਨਹੀਂ ਬੈਠੇ, ਗੁਰਗੱਦੀ ਤੇ ਗੁਰੂ ਇੱਕੋ ਹੀ ਬੈਠੇ ਹੈ। ਜਦੋਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਗੱਦੀ ਤੇ ਬੈਠਣ ਲੱਗੇ, ਉਸ ਤੋਂ ਬਾਅਦ 885 ਸ਼ਬਦ ਉਚਾਰ ਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਪੋਥੀ ਤਿਆਰ ਕੀਤੀ। ਜਦੋਂ ਜੋਤੀ ਦੇ ਵਿੱਚ ਜੋਤ ਮਿਲਾਈ, ਉਸ ਤੋਂ ਪਹਿਲਾਂ ਹੀ ਗੁਰੂ ਰਾਮਦਾਸ ਮਹਾਰਾਜ ਸੇਵਾ ਵਿੱਚ ਆ ਗਏ ਸੀ। ਉਹਨਾਂ ਨੂੰ ਮਹਾਰਾਜ ਨੇ ਸਾਰੀਆਂ ਪੋਥੀਆਂ, ਇੱਕ ਗੁਰੂ ਨਾਨਕ ਦੀ, ਗੁਰੂ ਅੰਗਦ ਦੀ ਆਪਣੀ ਪੋਥੀ ਤੇ ਇੱਕ ਭਗਤਾਂ ਦੀ ਬਾਣੀ ਦੀ ਪੋਥੀ ਗੁਰੂ ਰਾਮਦਾਸ ਜੀ ਨੂੰ ਦਿੱਤੀ। ਹੁਣ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਗੱਦੀ ਤੇ ਸੁਭਾਏਮਾਨ ਹਨ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ 647 ਸ਼ਬਦ, 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਗੁਰਗੱਦੀ ਤੇ ਬਿਠਾਇਆ, ਉਸ ਵੇਲੇ ਆਪਣੇ ਪੁੱਤ ਨੂੰ ਗੁਰਗੱਦੀ ਤੇ ਬਿਠਾਇਆ। ਇੱਕ ਗੱਲ ਦਾ ਚੇਤਾ ਰੱਖਿਓ, ਗੁਰੂ ਨਾਨਕ ਦੀ ਕੁਲ ਹੈ
ਬੇਦੀ। ਗੁਰੂ ਅੰਗਦ ਦੀ ਕੁਲ ਹੈ ਤ੍ਰਹਿਣ, ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਭੱਲੇ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ। ਤੇ ਉਸ ਤੋਂ ਬਾਅਦ ਜਦੋਂ ਸੋਢੀ ਪਾਤਸ਼ਾਹ ਗੁਰਗੱਦੀ ਤੇ ਸੁਭਾਏਮਾਨ ਨੇ 647 ਸ਼ਬਦ ਉਚਾਰ ਕੇ ਇੱਕ ਪੋਥੀ ਤਿਆਰ ਕੀਤੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ। ਉਹ ਸਾਰੀਆਂ ਪਿਛਲੇ ਗੁਰੂਆਂ ਦੀ ਪੋਥੀਆਂ ਤੇ ਭਗਤ ਬਾਣੀ ਦੀ ਪੋਥੀ ਝੋਲੀ ਦੇ ਵਿੱਚ ਪਾ ਕੇ ਗੁਰਗੱਦੀ ਬਖਸ਼ਿਸ਼ ਕਰ ਦਿੱਤੀ। ਆਪ ਜੋਤੀ ਦੇ ਵਿੱਚ ਜੋਤ ਮਿਲਾ ਗਏ। ਉਸ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਜਦੋਂ ਵਾਰੀ ਆਈ ਨਾ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਤੋਂ ਜ਼ਿਆਦਾ ਬਾਣੀ 2312 ਸ਼ਬਦ ਉਚਾਰ ਕੇ 30 ਰਾਗ ਗੁਰੂ ਰਾਮਦਾਸ ਵਾਲੇ ਸਾਰੇ 30 ਰਾਗਾਂ ਦੇ ਵਿੱਚ 2312 ਸ਼ਬਦ ਉਚਾਰਨ ਕੀਤੇ। ਉਹ ਵੀ ਪੋਥੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੋਲ ਹੈ। 1581 ਈਸਵੀ ਦੇ ਵਿੱਚ ਗੁਰੂ ਅਰਜਨ ਦੀ ਹਜ਼ੂਰੀ ਵਿੱਚ, ਗੁਰੂ ਅਰਜਨ ਦੇਵ ਦੀ ਹਜ਼ੂਰੀ ਵਿੱਚ ਭੱਟ ਸਾਹਿਬਾਨ ਆਏ। ਭੱਟਾਂ ਨੇ 123 ਸਵਈਏ ਉਚਾਰਨ ਕੀਤੇ। 123 ਸਵਈਏ, 10 ਸਵਈਏ ਗੁਰੂ ਨਾਨਕ ਦੇਵ ਜੀ ਦੇ, 10 ਸਵਈਏ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ, ਤੇ 22 ਸ਼ਬਦ 22 ਸਵਈਏ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ 60 ਸਵਈਏ, ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ 21 ਸਵਈਏ। ਕਿੰਨੇ? 123 ਸਵਈਏ ਬਣ ਗਏ। 123 ਸ਼ਬਦ ਇਹ ਭੱਟਾਂ ਨੇ ਉਚਾਰਨ ਕਰਕੇ ਸਾਰੀ ਬਾਣੀ ਹੁਣ ਸ੍ਰੀ ਗੁਰੂ ਅਰਜਨ ਦੇਵ ਕੋਲ ਹੈ। ਉਹਨਾਂ ਨੇ ਇਸ ਬਾਣੀ ਨੂੰ ਸੰਭਾਲਿਆ। ਸੰਭਾਲ ਕੇ ਫਿਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਦਿਨ ਸਵੇਰੇ ਸਵੇਰੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਭਾਈ ਗੁਰਦਾਸ ਜੀ ਨੂੰ, ਸਿੱਖਾਂ ਨੂੰ ਬੁਲਾ ਕੇ ਕਹਿਣ ਲੱਗੇ ਹੁਣ ਆਪਾਂ ਨੂੰ ਹੁਣ ਬਾਣੀ ਉਚਾਰਨ ਕਰ ਦੇਣੀ ਚਾਹੀਦੀ ਹੈ, ਸਮਾਂ ਆ ਗਿਆ। ਕਈ ਸਿੱਖਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਆ ਕੇ ਦੱਸਿਆ, ਕਹਿਣ ਲੱਗੇ ਮਹਾਰਾਜ ਪ੍ਰਿਥਵੀ ਦੀ ਜਿਹੜੀ ਔਲਾਦ ਹੈ ਉਹ ਵੀ ਹੁਣ ਬਾਣੀ ਉਚਾਰਨ ਲੱਗ ਗਈ, ਤੇ ਬਾਣੀ ਆਪ ਉਚਾਰਨ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਦੋਂ ਜਿਸ ਤਰ੍ਹਾਂ ਸ਼ਬਦ ਦੀ ਸਮਾਪਤੀ ਹੁੰਦੀ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਆਉਂਦਾ, ਤੇ ਉਸ ਵੇਲੇ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਤੇ ਭੋਗ ਪਾਉਂਦੇ ਨੇ, ਸ਼ਬਦ ਦੀ ਸਮਾਪਤੀ ਕਰ ਦਿੰਦੇ ਨੇ। ਉਹਨਾਂ ਨੇ ਵੀ ਕੱਚੀ ਬਾਣੀ ਉਚਾਰਨ ਕੀਤੀ। ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਵੀ ਕੱਚੇ ਗੁਰੂ ਸਨ। ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਤਾਂ ਸੋਢੀ ਕੁਲ ਦੇ ਵਿੱਚੋਂ ਹੀ ਕੱਚੇ ਗੁਰੂ ਬਣ ਕੇ ਬਹਿ ਗਏ। ਉਸ ਵੇਲੇ ਉਹ ਬਾਣੀ ਉਚਾਰਨ ਲੱਗੇ ਤੇ ਪ੍ਰਿਥਵੀ ਨੇ ਬਰਾਬਰੀ ਕੀਤੀ ਗੁਰੂ ਅਰਜਨ ਦੇਵ ਜੀ ਦੀ, ਪਰ ਬਰਾਬਰੀ ਹੋਈ ਨਹੀਂ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਤਿਆਰ ਕੀਤਾ, ਤੇ ਇਹਨਾਂ ਲਾਹੌਰ ਦੇ ਵਿੱਚ ਇਹਦੇ ਸਹੁਰਿਆਂ ਦਾ ਪਿੰਡ ਸੀ ਹੇਹਰ ਪਿੰਡ। ਉਸ ਪਿੰਡ ਦੇ ਵਿੱਚ ਇਸ ਨੇ ਹਰਿਮੰਦਰ ਸਾਹਿਬ ਵਰਗਾ ਬਿਲਕੁਲ ਹੂਬਹੂ ਇਸੇ ਤਰ੍ਹਾਂ ਸਰੋਵਰ ਦੇ ਵਿੱਚ ਇੱਕ ਹਰਿਮੰਦਰ ਆਪਣਾ ਤਿਆਰ ਕੀਤਾ, ਜਿੱਥੇ ਗੁਰੂ ਨਾਨਕ ਦੀ ਬਾਣੀ ਨੂੰ ਗੁਰੂ ਅਰਜਨ ਦੇਵ ਜੀ ਦੇ ਘਰ ਦੇ ਵਿੱਚ ਹਰਿਮੰਦਰ ਸਾਹਿਬ ਦੇ ਵਿੱਚ ਗਾਇਨ ਕਰਦੇ ਨੇ ਰਾਗੀ ਸਿੰਘ। ਤੇ ਇਸ ਨੇ ਵੀ ਕੁਝ ਪੱਟ ਕੇ ਇੱਧਰੋਂ ਗੁਰੂ ਅਰਜਨ ਦੇਵ ਜੀ ਦੇ ਘਰ ਤੋਂ ਪੱਟ ਕੇ ਰਾਗੀ ਇਹਨਾਂ ਨੇ ਉੱਥੇ ਹੇਹਰ ਦੇ ਵਿੱਚ, ਲਾਹੌਰ ਦੇ ਵਿੱਚ, ਜਿੱਥੇ ਇਹਨਾਂ ਨੇ ਆਪਣਾ ਹਰਿਮੰਦਰ ਤਿਆਰ ਕੀਤਾ ਸੀ, ਉੱਥੇ ਗੁਰਬਾਣੀ ਉਚਾਰਨ ਕਰਦੇ ਹਨ। ਬਰਾਬਰੀ ਕੀਤੀ ਪਰ ਬਰਾਬਰੀ ਹੋਈ ਨਹੀਂ, ਕਿਉਂਕਿ ਮਹਾਰਾਜ ਤੀਜੇ ਪਾਤਸ਼ਾਹ ਨੇ ਤੇ ਸਾਨੂੰ ਦੱਸਿਆ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ। ਇਹ ਬਾਣੀ ਮਹਾਂਪੁਰਖ ਕੀ, ਇਹ ਜਿਹੜੀ ਬਾਣੀ ਸੱਚੀ ਬਾਣੀ ਹੈ। ਕੱਚੀ ਬਾਣੀ ਵਾਲੇ ਵੀ ਬਹੁਤ ਚਲਾਕੀਆਂ ਕਰਦੇ ਸਨ, ਉਚਾਰਨ ਕਰਦੇ ਸਨ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਨੂੰ ਬੁਲਾ ਕੇ, ਹੋਰ ਸਿੱਖਾਂ ਨੂੰ ਬੁਲਾ ਕੇ ਕਿਹਾ ਵੀ ਉਹ ਸਮਾਂ ਆ ਗਿਆ, ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰ ਦੇਣਾ ਚਾਹੀਦਾ। ਉਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਤਾਂ ਸਾਰੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੋਲ ਸੀ। ਉਸ ਵੇਲੇ ਭਾਈ ਗੁਰਦਾਸ ਜੀ ਨੂੰ ਬੁਲਾਇਆ
ਤੇ ਭਾਈ ਬੰਨੋ ਦੀ ਡਿਊਟੀ ਲਾਈ, ਭਾਈ ਬੰਨੋ ਤੂੰ ਕਲਮਾ ਤਿਆਰ ਕਰ। ਉਸ ਵਿਧੀ ਅਨੁਸਾਰ, ਜਿਹੜੀ ਵਿਧੀ ਸਿਆਹੀ ਬਣਾਉਣ ਦੀ, ਉਸ ਵਿਧੀ ਅਨੁਸਾਰ ਸਿਆਹੀ ਬਣਾਓ, ਤਿਆਰ ਕਰੋ। ਉਸ ਵੇਲੇ 20 ਦਿਨ 25 ਦਿਨ ਲੱਗਦੇ ਸਨ ਸਿਆਹੀ ਤਿਆਰ ਕਰਨ ਵਾਸਤੇ। ਭਾਈ ਬੰਨੋ ਨੇ ਕਲਮਾਂ ਘੜੀਆਂ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ, ਸੱਚੇ ਪਾਤਸ਼ਾਹ ਨੇ ਬਾਣੀ ਉਚਾਰਨ ਆਪ ਕਰਦੇ ਸਨ, ਲਿਖਦੇ ਸਨ ਭਾਈ ਗੁਰਦਾਸ ਜੀ। ਜਗ੍ਹਾ ਕਿਹੜੀ ਚੁਣੀ? ਰਾਮਸਰ ਸਾਹਿਬ ਵਿਖੇ, ਜਿਹੜਾ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਕੰਧ ਦੇ ਨਾਲ ਕੰਧ ਹੈ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਮਸਰ ਵਿਖੇ, ਉੱਥੇ ਦਰਖਤ ਬੜੇ ਸਨ, ਕਿਉਂਕਿ ਬਾਣੀ ਲਿਖਣ ਵਾਸਤੇ ਕਾਗਜ਼ ਦੇ ਵਿੱਚ ਗਰਮੀ ਨਾ ਲੱਗੇ, ਕਾਗਜ਼ ਦੇ ਵਿੱਚ ਜਿਹੜਾ ਪਸੀਨਾ ਉਹ ਨਾ ਲੱਗੇ। ਇਹੋ ਰਮਨੀਕ ਇਹੋ ਜੀ ਜਗ੍ਹਾ ਸੱਚੇ ਪਾਤਸ਼ਾਹ ਨੇ ਰਾਮਸਰ ਦੀ ਚੁਣੀ, ਜਿੱਥੇ ਰਾਮਸਰ ਵਿਖੇ ਮਹਾਰਾਜ ਸੱਚੇ ਪਾਤਸ਼ਾਹ ਨੇ ਬੈਠ ਕੇ ਬਾਣੀ ਉਚਾਰਨ ਕੀਤੀ। ਤੇ ਕਾਗਜ਼ ਮੰਗਾਇਆ ਸੀ ਕਸ਼ਮੀਰ ਤੋਂ, ਵਧੀਆ ਕਾਗਜ਼ ਸੀ। ਕਸ਼ਮੀਰ ਤੋਂ ਕਾਗਜ਼ ਮੰਗਾ ਕੇ, ਵਧੀਆ ਕਾਗਜ਼, ਕਲਮਾਂ ਤਿਆਰ ਹੋ ਗਈਆਂ, ਸਿਆਹੀ ਤਿਆਰ ਹੋ ਗਈ, ਇੱਕ ਮੰਜੀ ਸਾਹਿਬ ਤਿਆਰ ਕਰ ਲਈ ਗਈ, ਇੱਕ ਚੌਂਕੀ ਤਿਆਰ ਕਰ ਲਈ ਗਈ। ਮੰਜੀ ਸਾਹਿਬ ਤੇ ਜਿੰਨੇ ਵੀ ਗ੍ਰੰਥ, ਜਿੰਨੇ ਵੀ ਸੱਚੇ ਪਾਤਸ਼ਾਹ ਕੋਲ ਸਨ, ਉਹ ਮੰਜੀ ਸਾਹਿਬ ਤੇ ਜਿਹੜੀ ਚੌਂਕੀ ਤਿਆਰ ਕੀਤੀ ਸੀ, ਉਹ ਭਾਈ ਗੁਰਦਾਸ ਜੀ ਉਸ ਤੇ ਬੈਠ ਕੇ ਬਾਣੀ ਲਿਖਦੇ ਸਨ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਾਣੀ ਸ਼ੁਰੂ ਕੀਤੀ, ਇੱਕ ਓੰਕਾਰ। ਇੱਕ ਜਦੋਂ ਪਾਇਆ, ਇੱਕ ਈੜੀ ਸਿਹਾਰੀ ਉੱਪਰ ਅਧਕ ਕੱਕਾ, ਇੱਕ ਇਸ ਤਰ੍ਹਾਂ ਨਹੀਂ ਪਾਇਆ। ਹਿੰਦਸਾ ਪਾਇਆ ਇੱਕ, ਪਰ ਇੱਕ ਪੰਜਾਬੀ ਵਿੱਚ ਨਹੀਂ ਪਾਇਆ। ਇੱਕ ਦਾ ਕੋਈ ਭਾਵ ਇਹ ਸੀ, ਉਸ ਇੱਕ ਨੂੰ ਕੋਈ ਬਦਲ ਸਕਦਾ ਸੀ, ਪਰ ਇਸ ਇੱਕ ਨੂੰ ਕੋਈ ਬਦਲ ਨਹੀਂ ਸਕਦਾ। ਪਰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਰਾਗ ਸ਼ੁਰੂ ਕੀਤਾ ਨਾ, ਤੇ 13 ਅੰਗ ਤੱਕ ਤਾਂ ਇਹ ਬਾਣੀ ਨਾ ਇੱਕ ਜਪਜੀ ਸਾਹਿਬ ਦੀ, ਸੋਹਲਾ ਸਾਹਿਬ ਦੀ, ਤੇ 14ਵੇਂ ਅੰਗ ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਲਿਖਿਆ ਸ੍ਰੀ ਰਾਗ ਮਹੱਲਾ ਪਹਿਲਾ, ਉੱਥੇ ਪਹਿਲਾ ਵੀ ਇਸ ਤਰ੍ਹਾਂ ਪਾਇਆ, ਪਰ ਉੱਥੇ ਸੱਚੇ ਪਾਤਸ਼ਾਹ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ, ਪੱਪਾ ਹਾਹੇ ਸਿਹਾਰੀ ਲੱਲਾ ਲੱਲੇ ਕੰਨਾ ਲਾ, ਪਹਿਲਾ ਦੱਸ ਦਿੱਤਾ ਵੀ ਇਹਨੂੰ ਇੱਕ ਨਹੀਂ ਬੋਲਣਾ, ਇਹਨੂੰ ਪਹਿਲਾ ਬੋਲਣਾ। ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਦੇਣ ਹੈ, ਗੁਰੂ ਅਰਜਨ ਦੇਵ ਜੀ ਦੀ। ਗੁਰੂ ਨਾਨਕ ਦੀ ਬਾਣੀ ਦੇ ਵਿੱਚ ਕਿਹਾ ਸ੍ਰੀ ਰਾਗ ਮਹੱਲਾ ਪਹਿਲਾ, ਉੱਥੇ ਇੱਕ ਕਿਹਾ ਇੱਕ ਓੰਕਾਰ। ਇਸ ਤਰ੍ਹਾਂ ਕਰਕੇ ਜਦੋਂ ਬਾਣੀ ਉਚਾਰਨ ਕਰਦੇ ਨੇ ਸਤਿਗੁਰੂ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ। ਹੁਣ ਜਦੋਂ ਇੱਕ ਦਿਨ ਦੇ ਵਿੱਚ ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਲਿਖਵਾਣੀ ਸ਼ੁਰੂ ਕਰਦੇ ਨੇ, ਜਿੰਨੇ ਅੰਗ ਲਿਖੇ ਗਏ, ਜਿੰਨੇ ਪੰਨੇ ਲਿਖੇ ਗਏ, ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਜਿਹੜੇ ਅੰਗ ਲਿਖੇ ਗਏ, ਉਹ ਕੋਠਾ ਸਾਹਿਬ ਦੇ ਵਿੱਚ ਰਾਤ ਨੂੰ ਸੁਸ਼ੋਭਿਤ ਕਰਦੇ ਸਨ, ਤੇ ਦੂਜਾ ਦਿਨ ਫੇਰ ਰਾਮਸਰ ਸਾਹਿਬ ਵਿਖੇ ਆ ਕੇ ਲਿਖਾਉਂਦੇ ਸਨ। ਇਸੇ ਤਰ੍ਹਾਂ ਕਰਦੇ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਜਦੋਂ ਲਿਖਵਾਈ ਨਾ, ਸਾਰੀ ਬਾਣੀ ਲਿਖਵਾਈ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹ ਬਾਣੀ ਜਦੋਂ ਸੱਚੇ ਪਾਤਸ਼ਾਹ ਲਿਖਾ ਹੀ ਰਹੇ ਸਨ, ਤੇ ਲਾਹੌਰ ਤੋਂ ਕਾਨਾ ਵਰਗੇ, ਪੀਲੂ ਵਰਗੇ, ਛੱਜੂ ਵਰਗੇ, ਸਾਹ ਹੁਸੈਨ ਵਰਗੇ ਆਏ। 4 ਭਗਤ ਲਾਹੌਰ ਤੋਂ ਆਏ, ਕਹਿਣ ਲੱਗੇ ਅਸੀਂ ਵੀ ਬਾਣੀ ਲਿਖਵਾਉਣੀ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਬੋਲੋ ਤੁਹਾਡੀ ਬਾਣੀ। ਉਹਨਾਂ ਨੇ ਆਪਣੀ ਇੰਨਾ ਸਮਾਂ ਨਹੀਂ ਮੈਂ ਤੁਹਾਨੂੰ ਦੱਸ ਸਕਾਂ ਵੀ ਕੀ ਬੋਲੇ। ਉਹਨਾਂ ਨੇ ਆਪਣੀ ਮੱਤ ਅਨੁਸਾਰ ਜਦੋਂ ਬੋਲੇ, ਤੇ ਉਸ ਵੇਲੇ ਮਹਾਰਾਜ ਨੇ ਕਿਹਾ ਵੀ ਤੁਹਾਡੀ ਬਾਣੀ ਇੱਥੇ ਚੜਾਉਣ ਲਾਇਕ ਨਹੀਂ। ਇਸ ਕਰਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹੁਣ ਤਿਆਰ ਕਰਦੇ ਨੇ, ਸੱਚੇ ਪਾਤਸ਼ਾਹ ਤਿਆਰ ਕਰ ਦਿੱਤਾ। 14 ਅਗਸਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਾਣੀ ਸਾਰੀ ਲਿਖਵਾ ਦਿੱਤੀ। ਤੇ ਸੱਚੇ ਪਾਤਸ਼ਾਹ ਨੇ ਜਦੋਂ ਲਿਖਵਾਈ ਨਾ ਬਾਣੀ, ਉਸ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਨੇ ਤਤਕਰਾ ਲਿਖਣਾ ਸ਼ੁਰੂ ਕਰ ਦਿੱਤਾ। ਜਦੋਂ ਤਤਕਰਾ ਸੱਚੇ ਪਾਤਸ਼ਾਹ ਨੇ ਲਿਖਣਾ ਸ਼ੁਰੂ ਕਰ ਦਿੱਤਾ ਨਾ,
ਇਹ ਤਤਕਰੇ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਨੇ। ਇੱਕ ਤੇ ਰਾਗਾਂ ਦਾ ਤਤਕਰਾ, ਦੂਜਾ ਤਤਕਰਾ ਪਹਿਲਾ ਸ਼ਬਦ ਦੀ ਪਹਿਲੀ ਤੁਕ ਕਿਹੜੇ ਅੰਗ ਤੇ ਹੈ ਉਹ ਸੱਚੇ ਪਾਤਸ਼ਾਹ ਨੇ ਦੂਜਾ ਤਤਕਰਾ। ਦੋ ਤਤਕਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ। 15 ਦੇ ਦਿਨਾਂ ਦੇ ਵਿੱਚ ਉਹ ਤਿਆਰ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੀੜ ਨੂੰ ਜਿਲਦ ਚੜਾਈ ਗਈ। ਭਾਈ ਬੰਨੋ ਲਾਹੌਰ ਤੋਂ ਜਿਲਦ ਚੜਾ ਕੇ ਲਿਆਏ। ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਬੁੱਢਾ ਜੀ ਨੂੰ ਚੁਣਿਆ। ਬਾਬਾ ਬੁੱਢਾ ਜੀ ਦੇ ਸੀਸ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਜਾ ਦਿੱਤਾ ਤੇ ਹਰਮੰਦਰ ਸਾਹਿਬ ਵਿੱਚ ਆ ਗਏ। ਰਾਮਸਰ ਤੋਂ ਹਰਮੰਦਰ ਸਾਹਿਬ ਵਿੱਚ ਆ ਕੇ ਇੱਕ ਮੰਜੀ ਸਾਹਿਬ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਭੂਮ ਸੈਨ ਸਭ ਬਿਰਾਜੇ, ਗੁਰੂ ਗ੍ਰੰਥ ਮੰਜੀ ਪਰ ਸਾਜੇ। ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਬਾਬਾ ਬੁੱਢਾ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੈ ਸਭ ਪੰਥ। ਅਦਬ ਸਹਿਤ ਗ੍ਰੰਥ ਜਬ ਖੋਲਾ, ਬਾਬਾ ਬੁੱਢਾ ਮੁਖ ਤੇ ਬੋਲਾ। ਸੂਹੀ ਮਹੱਲਾ ਪੰਜਵਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਧਰਤ ਸੁਹਾਵੀ ਤਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਹੁਕਮਨਾਮਾ ਆਇਆ। ਇਹ ਹੁਕਮਨਾਮਾ ਹੁਣ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਤਿਆਰ ਹੋ ਗਿਆ। ਪਹਿਲਾ ਪ੍ਰਕਾਸ਼ ਹੋ ਗਿਆ। ਪਹਿਲੇ ਦਿਨ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਹੋ ਗਿਆ। ਸੋ ਸਾਧ ਸੰਗਤ ਜੀ, ਅੱਗੇ ਸਮਾਂ ਇਜਾਜ਼ਤ ਨਹੀਂ ਦਿੰਦਾ, ਇੱਥੇ ਹੀ ਸਮਾਪਤੀ ਕਰਦੇ ਹਾਂ। ਸੰਕੋਚ ਕਰਦਾ ਹਾਂ ਤੇ ਉਸ ਵੇਲੇ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕੀਤਾ। ਜਪਜੀ ਸਾਹਿਬ ਦਾ ਪਾਠ ਪੜ੍ਹਿਆ ਗਿਆ। ਸੋ ਇੱਥੇ ਹੀ ਸਮਾਪਤੀ ਹੈ। ਗੱਜ ਵੱਜ ਕੇ ਫਤਿਹ ਬੁਲਾਓ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋਜ਼ਾਨਾ ਨਿਤਨੇਮ ਅੰਮ੍ਰਿਤਮਈ ਬਾਣੀ, ਕਥਾ, ਕੀਰਤਨ, ਢਾਡੀ ਵਾਰਾਂ ਸਰਵਣ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ ਗਲੋਬਲ ਗੁਰਬਾਣੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ।